ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਦਿਨ ਦੇ ਲਈ ਜੋ ਉਸਨੇ ਅੱਜ ਦਾ ਦਿਨ ਇੱਕ ਹੋਰ ਸਾਡੇ ਜੀਵਨ ਦੇ ਵਿੱਚ ਐਡ ਕੀਤਾ, ਸਾਨੂੰ ਜ਼ਿੰਦਿਆਂ ਦੀ ਧਰਤੀ ਤੇ ਰੱਖਿਆ। ਔਰ ਅੱਜ 15 ਅਗਸਤ ਹੈ, ਇੰਡੀਪੈਂਡੈਂਸ ਡੇ ਹੈ। ਸਭ ਨੂੰ ਮੈਂ ਕੰਗ੍ਰੈਚੁਲੇਸ਼ਨ ਕਰਦੀ ਹਾਂ ਆਜ਼ਾਦੀ ਦਿਵਸ ਦੇ ਲਈ, ਇੰਡੀਪੈਂਡੈਂਸ ਡੇ ਦੇ ਲਈ, ਕਿ ਸਾਡਾ ਦੇਸ਼ ਜੋ ਅੱਜ ਤੋਂ 70 ਸਾਲ ਪਹਿਲਾਂ ਆਜ਼ਾਦ ਹੋ ਚੁੱਕਾ ਹੈ। ਬਹੁਤ ਸਾਰੇ ਲੋਕਾਂ ਨੇ ਸਟਰਗਲ ਕੀਤਾ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਲਈ, ਗੁਲਾਮੀ ਤੋਂ ਛੁਟਕਾਰਾ ਦਿਵਾਉਣ ਦੇ ਲਈ। ਜੇ ਅਸੀਂ ਹਿਸਟਰੀ ਨੂੰ ਪੜ੍ਹੀਏ ਤਾਂ ਅਸੀਂ ਜਾਣਦੇ ਹਾਂ ਕਿ ਮਹਾਤਮਾ ਗਾਂਧੀ, ਭਗਤ ਸਿੰਘ, ਕਈ ਲੋਕਾਂ ਨੇ ਸ਼ਹੀਦੀ ਵੀ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਬਹੁਤ ਸਟਰਗਲ ਕੀਤਾ। ਲੇਕਿਨ ਮੈਂ 2 ਦਿਨ ਤੋਂ ਜਦੋਂ ਵਚਨ ਪੜ੍ਹ ਰਹੀ ਸੀ, ਮੈਨੂੰ ਖੁਦਾ ਦਾ ਆਤਮਾ ਗਾਈਡ ਕਰ ਰਿਹਾ ਸੀਗਾ ਕਿ ਸਭ ਲੋਕ ਤਿਆਰੀ ਕਰ ਰਹੇ ਆ ਅੱਜ ਦਾ ਦਿਵਸ ਮਨਾਉਣ ਦੇ ਲਈ, ਝੰਡਾ ਲਹਿਰਾ ਰਹੇ ਹੈ, ਸਕੂਲਸ ਦੇ ਵਿੱਚ ਫੰਕਸ਼ਨ ਹੋ ਰਹੇ ਹੈ, ਡਾਂਸ ਹੋ ਰਿਹਾ ਹੈ, ਰਾਸ਼ਟਰੀ ਗੀਤ ਗਾਇਆ ਜਾ ਰਿਹਾ ਹੈ, ਸਭ ਕੁਝ ਹੋ ਰਿਹਾ ਹੈ। ਇੱਕ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਅੱਜ ਛੁੱਟੀ ਵੀ ਹੈ। ਲੇਕਿਨ ਪਰਮੇਸ਼ਰ ਦਾ ਆਤਮਾ ਕਹਿੰਦਾ ਹੈ ਕਿ ਲੋਕਾਂ ਨੂੰ ਪੁੱਛ ਕਿ ਸੱਚੀ ਤੁਸੀਂ ਆਜ਼ਾਦ ਹੋ ਆਤਮਿਕ ਤੌਰ ਤੇ ਵੀ? ਇਹ ਤਾਂ ਸਾਡਾ ਦੇਸ਼ ਆਜ਼ਾਦ ਹੋਇਆ, ਅਸੀਂ ਗੁਲਾਮੀ ਤੋਂ ਛੁਟਕਾਰਾ ਪਾਇਆ ਅੰਗਰੇਜ਼ਾਂ ਦੀ, ਜਿੱਦਾਂ ਵੀ ਲੋਕ ਕਹਿੰਦੇ ਆ, ਹਿਸਟਰੀ ਦੱਸਦੀ ਹੈ। ਆਤਮਿਕ ਤੌਰ ਤੇ ਆਜ਼ਾਦੀ ਕੀ ਹੈ? ਜਿਹੜੀ ਸਾਡੀ ਆਤਮਾ ਹੈ ਉਹਦੀ ਆਜ਼ਾਦੀ ਕਿਸ ਤਰ੍ਹਾਂ ਦੀ ਹੈ? ਪਰਮੇਸ਼ਰ ਦਾ ਵਚਨ ਕਹਿੰਦਾ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ। ਅਗਰ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਵਾਸ ਕਰਦਾ ਹੈ ਤਾਂ ਅਸੀਂ ਆਜ਼ਾਦ ਹਾਂ। ਅੱਜ ਕੀ ਅਸੀਂ ਆਤਮਿਕ ਤੌਰ ਤੇ ਉਹੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਜੋ ਅੱਜ ਤੋਂ 30 ਸਾਲ ਪਹਿਲਾਂ, 15 ਸਾਲ ਪਹਿਲਾਂ, 60 ਸਾਲ ਪਹਿਲਾਂ ਬਤੀਤ ਕਰ ਰਹੇ ਸੀ ਆਤਮਾ ਦੇ ਵਿੱਚ? ਅੱਜ ਵੀ ਅਗਰ ਸਾਡਾ ਜੀਵਨ ਉਦਾਂ ਹੀ ਬਤੀਤ ਹੋ ਰਿਹਾ ਤਾਂ ਕੀ ਅਸੀਂ ਆਜ਼ਾਦ ਹਾਂ? ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਹਾਂ? ਅੱਜ ਨਸ਼ਾ ਇੰਨਾ ਵੱਧ ਚੁੱਕਿਆ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਗੁਲਾਮ ਹੋ ਚੁੱਕੀ ਹੈ। ਕੀ ਉਹ ਆਜ਼ਾਦ ਨੇ? ਨਹੀਂ, ਉਹ ਆਜ਼ਾਦ ਨਹੀਂ ਹੈ। ਉਹ ਪਾਪ ਦੇ ਗੁਲਾਮ ਹੈ, ਨਸ਼ਿਆਂ ਦੇ ਗੁਲਾਮ ਹੈ। ਉਹਨਾਂ ਨੂੰ ਨਸ਼ਿਆਂ ਤੋਂ ਇਲਾਵਾ ਕੁਝ ਮਿਲ ਨਹੀਂ ਰਿਹਾ। ਉਹ ਕਿਸੇ ਦੀ ਮਦਦ ਕਰਨ ਦੇ ਲਈ ਨਹੀਂ ਖੜੇ, ਉਹ ਕਿਸੇ ਦੀ ਸੁਣਨ ਦੇ ਲਈ ਉਹਨਾਂ ਨੂੰ ਸਿਰਫ ਜਿਸ ਚੀਜ਼ ਦੇ ਉਹ ਗੁਲਾਮ ਹੈ, ਜਿਸ ਚੀਜ਼ ਨੇ ਉਹਨਾਂ ਨੂੰ ਅਟਰੈਕਟ ਕੀਤਾ ਪਿਆ, ਉਸ ਚੀਜ਼ ਬਾਰੇ ਸੋਚਦੇ ਆ। ਪਰਮੇਸ਼ਰ ਦਾ ਆਤਮਾ ਕਹਿੰਦਾ ਹੈ ਕਿ ਲੋਕਾਂ ਨੂੰ ਪੁੱਛ ਕਿ ਤੁਸੀਂ ਅੱਜ ਬਿਮਾਰੀਆਂ ਤੋਂ ਆਜ਼ਾਦ ਹੋ, ਪਰੇਸ਼ਾਨੀਆਂ ਤੋਂ ਆਜ਼ਾਦ ਹੋ, ਦੁੱਖਾਂ ਤੋਂ ਆਜ਼ਾਦ ਹੋ, ਕਲੇਸ਼ਾਂ ਤੋਂ ਆਜ਼ਾਦ ਹੋ, ਸੰਕਟਾਂ ਤੋਂ ਆਜ਼ਾਦ ਹੋ, ਕਿ ਅੱਜ ਵੀ ਤੁਹਾਡਾ ਜੀਵਨ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਹੈ। ਆਜ਼ਾਦੀ ਦਿਵਸ ਤੁਸੀਂ ਦੇਸ਼ ਦਾ ਮਨਾ ਲਿਆ, ਠੀਕ ਹੈ, ਮਨਾਉਣਾ ਚਾਹੀਦਾ ਹੈ, ਇਟਸ ਨੋਟ ਰੋਂਗ, ਬਟ ਸਾਨੂੰ ਆਤਮਾ ਦੇ ਤੌਰ ਤੇ, ਮੈਂ ਆਤਮਾ ਦੀ ਗੱਲ ਕਰਦੀ ਹਾਂ, ਆਤਮਿਕ ਅਸੀਂ ਕਿੰਨੇ ਕੁ ਆਜ਼ਾਦ ਹਾਂ? ਕਿ ਅਸੀਂ ਅੱਜ ਵੀ ਉਹੀ ਰੀਤੀ ਰਿਵਾਜਾਂ ਦੇ ਵਿੱਚ, ਉਹੀ ਪੁਰਾਣੇ ਸਾਰੇ ਚੀਜ਼ਾਂ ਦੇ ਵਿੱਚ ਜਕੜੇ ਹੋਏ, ਗੜੇ ਹੋਏ ਆ, ਜਿਨ੍ਹਾਂ ਨੇ ਸਾਨੂੰ ਅੱਜ ਤੱਕ ਆਜ਼ਾਦ ਨਹੀਂ ਕੀਤਾ ਔਰ ਕੁਛ ਅਸੀਂ ਕਰ ਨਹੀਂ ਪਾਏ, ਅੱਗੇ ਆਪਣੀ ਲਾਈਫ ਦਾ ਅਸੀਂ ਕੁਝ ਸੋਚ ਨਹੀਂ ਪਾਏ। ਕਿ ਤੁਸੀਂ ਅੱਜ ਵੀ ਆਜ਼ਾਦ ਹੋ ਆਤਮਿਕ ਤੌਰ ਤੇ? ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਸ ਨੇ ਸਾਨੂੰ ਆਜ਼ਾਦ ਕਰਾਉਣ ਦੇ ਲਈ, ਪਾਪਾਂ ਦੀ ਗੁਲਾਮੀ ਤੋਂ ਛੁਟਕਾਰਾ ਦੇਣ ਦੇ ਲਈ ਸਲੀਬ ਤੇ ਮੌਤ ਸਹੀ, ਕਰੂਸ ਉਠਾਇਆ ਉਸਨੇ ਸਾਡੇ ਲਈ, ਆਪਣੀ ਸਲੀਬੀ ਜਾਨ ਦੇ ਦਿੱਤੀ, ਕੁਰਬਾਨੀ ਦੇ ਦਿੱਤੀ, ਇੱਕ ਕਤਰਾ ਲਹੂ ਦਾ ਉਸਨੇ ਸਾਡੇ ਲਈ ਬਹਾਤਾ ਤਾਂ ਕਿ ਅਸੀਂ ਆਜ਼ਾਦ ਹੋ ਜਾਈਏ ਆਪਣੇ ਪਾਪਾਂ ਤੋਂ, ਅਸੀਂ ਉਧਾਰ ਪਾ ਜਾਈਏ ਆਪਣੇ ਪਾਪਾਂ ਤੋਂ। ਅੱਜ ਵੀ ਖੁਦਾਵੰਦ ਪਰਮੇਸ਼ਰ ਲੋਕਾਂ ਨੂੰ ਆਜ਼ਾਦ ਕਰਨ ਦੀ ਤਾਕਤ ਰੱਖਦਾ ਹੈ, ਪਰ ਕੀ ਅਸੀਂ ਆਪ ਛੁਟਕਾਰਾ ਪਾਉਣਾ ਚਾਹੁੰਦੇ ਹਾਂ? ਕਿ ਅਸੀਂ ਆਪ ਇਹਨਾਂ ਚੀਜ਼ਾਂ ਚੋਂ ਨਿਕਲਣਾ ਚਾਹੁੰਦੇ ਹਾਂ? ਕਿ ਅਸੀਂ ਆਪ ਇਸ ਪਾਪ ਦੀ ਗੁਲਾਮੀ ਚੋਂ ਨਿਕਲਣਾ ਚਾਹੁੰਦੇ ਹਾਂ, ਆਪਣੀ ਆਤਮਾ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ ਬਿਮਾਰੀਆਂ ਤੋਂ, ਗਰੀਬੀ ਤੋਂ, ਦੁੱਖਾਂ ਤੋਂ, ਸੰਕਟਾਂ ਤੋਂ, ਕਲੇਸ਼ਾਂ ਤੋਂ, ਨਸ਼ਿਆਂ ਤੋਂ? ਪਰਮੇਸ਼ਰ ਦਾ ਵਚਨ ਜਦੋਂ ਪੜ੍ਹੀਏ ਤਾਂ ਬਹੁਤ ਖੁਦਾਵੰਦ ਗੱਲਾਂ ਕਰਦਾ, ਬਹੁਤ ਭੇਦ ਦਿੰਦਾ ਹੈ। ਥੋੜੇ ਦਿਨ ਪਹਿਲਾਂ ਰੱਖੜੀ ਸੀਗੀ। ਰੱਖੜੀ ਦਾ ਤਿਉਹਾਰ ਇਸ ਲਈ ਮਨਾਇਆ ਜਾਂਦਾ ਹੈ ਕਿ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹੈ, ਧਾਗਾ ਬੰਨ੍ਹਦੀ ਹੈ ਕਿ ਮੇਰੀ ਰੱਖਿਆ ਕਰੇ।
ਭਰਾ ਮੇਰੀ ਕੀ ਕਰੇ? ਰੱਖਿਆ ਕਰੇ। ਮੈਨੂੰ ਪਤਾ ਹੈ ਇਹ ਗੱਲ ਲੋਕਾਂ ਨੂੰ ਬਹੁਤ ਚੁੱਭਣੀ ਵੀ ਹੈ, ਬਹੁਤ ਵਿਰੋਧ ਵੀ ਕਰਨਗੇ ਮੇਰਾ, ਮੈਨੂੰ ਕਮੈਂਟ ਵੀ ਲਿਖਣਗੇ, ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਹਰ ਸਮੇਂ ਤੁਹਾਡਾ ਭਰਾ ਇੱਕ ਭੈਣ ਦੀ ਰੱਖਿਆ ਕਰ ਸਕਦਾ ਹੈ? ਹਰ ਸਮੇਂ। ਅਗਰ ਭੈਣ ਵਿਆਹੀ ਹੈ ਤਾਂ ਉਹ ਰੱਖੜੀ ਬਣ ਕੇ ਆਪਣੇ ਘਰ ਜ਼ਰੂਰ ਜਾਏਗੀ, ਉੱਥੇ ਹੀ ਨਹੀਂ ਰਹੇਗੀ। ਉੱਥੇ ਜਾ ਕੇ ਉਹਨੇ ਆਪਣੀ ਫੈਮਿਲੀ ਦੇ ਨਾਲ ਰਹਿਣਾ, ਰਾਤ ਨੂੰ ਫੈਮਿਲੀ ਨਾਲ ਸੋਣਾ। ਕੀ ਭਰਾ ਉੱਥੇ ਜਾ ਕੇ ਵੀ ਉਹਦੀ ਰੱਖਿਆ ਕਰ ਸਕਦਾ ਹੈ? ਅੱਜ ਨਸ਼ੇ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਨੇ, ਜਿਨ੍ਹਾਂ ਦੇ ਭਰਾ ਨਸ਼ੇ ਕਰ ਰਹੇ ਹੈ, ਕੀ ਉਹ ਆਪਣੀ ਭੈਣਾਂ ਦੀ ਸੁਰੱਖਿਆ ਕਰ ਸਕਦੇ ਹੈ? ਵਚਨ 'ਚ ਲਿਖਿਆ, ਅਗਰ ਖੁਦਾਵੰਦ ਪਰਮੇਸ਼ਰ ਖੁਦਾ ਤੁਹਾਡੀ ਰੱਖਿਆ ਨਾ ਕਰੇ ਤਾਂ ਜਾਗਣੇ ਵਾਲੇ ਦਾ ਜਾਗਣਾ ਵੀ ਵਿਅਰਥ ਹੈ। ਸਾਨੂੰ ਸੁਰੱਖਿਆ ਔਰ ਰੱਖਿਆ ਖੁਦਾਵੰਦ ਦੀ ਚਾਹੀਦੀ ਸਭ ਤੋਂ ਪਹਿਲਾਂ, ਜਿਹੜਾ ਹਰ ਸਮੇਂ ਸਾਡੇ ਨਾਲ ਰਹਿੰਦਾ ਹੈ। ਜੇ ਉਹੀ ਸਾਡੀ ਰੱਖਿਆ ਨਾ ਕਰੇ ਤਾਂ ਇੱਕ ਧਾਗਾ ਸਾਡੀ ਰੱਖਿਆ ਨਹੀਂ ਕਰ ਸਕਦਾ। ਮੇਰਾ ਟੌਪਿਕ ਇਹ ਨਹੀਂ, ਅੱਜ ਆਜ਼ਾਦੀ ਤੇ ਮੇਰਾ ਟੌਪਿਕ ਹੈ, ਫਿਰ ਕਦੀ ਇਸ ਬਾਰੇ ਗੱਲ ਕਰਾਂਗੇ। ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਆਜ਼ਾਦ ਹੋ ਜਾਓ, ਦੁੱਖਾਂ ਤੋਂ ਆਜ਼ਾਦ ਹੋ ਜਾਓ, ਬੰਧਨਾਂ ਤੋਂ ਛੁਟਕਾਰਾ ਪਾ ਜਾਓ, ਪਾਪ ਤੋਂ ਆਜ਼ਾਦ ਹੋ ਜਾਓ, ਪਾਪ ਦੀ ਗੁਲਾਮੀ ਤੋਂ ਛੁਟਕਾਰਾ ਪਾ ਜਾਓ। ਜੇ ਅੱਜ ਵੀ ਤੁਹਾਡਾ ਜੀਵਨ ਸੇਮ ਹੈ, ਨਹੀਂ ਬਦਲੇ, ਨਹੀਂ ਵਧੇ ਤੁਸੀਂ, ਤਾਂ ਤੁਸੀਂ ਹਜੇ ਵੀ ਗੁਲਾਮੀ ਦੇ ਵਿੱਚ ਹੋ, ਹਜੇ ਵੀ ਤੁਸੀਂ ਛੁਟਕਾਰਾ ਨਹੀਂ ਪਾਇਆ। ਦੇਸ਼ ਦੀ ਆਜ਼ਾਦੀ ਸਾਰੇ ਮਨਾ ਰਹੇ ਆ, ਲੇਕਿਨ ਤੁਸੀਂ ਆਪਣੀ ਆਤਮਿਕ ਆਜ਼ਾਦੀ ਮਨਾ ਰਹੇ ਹੋ ਕਿ ਨਹੀਂ? ਤੁਸੀਂ ਆਤਮਿਕ ਤੌਰ ਤੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਹੋ ਜਾਂ ਨਹੀਂ? ਕਿ ਅੱਜ ਵੀ ਆਤਮਾ ਦੇ ਵਿੱਚ ਦੁਖੀ ਹੋ, ਸੰਘਰਸ਼ ਹੈ, ਅੱਜ ਵੀ ਜੀਵਨ ਸੇਮ ਉਵੇਂ ਹੀ ਚੱਲ ਰਿਹਾ ਜਿੱਦਾਂ ਪਿੱਛੋਂ ਚੱਲਦਾ ਆਇਆ, ਪੀੜ੍ਹੀਆਂ ਦਰ ਪੀੜ੍ਹੀ ਉਹੀ ਤੁਹਾਡਾ ਚੱਲਦਾ ਆ ਰਿਹਾ, ਕੁਝ ਚੇਂਜ ਨਹੀਂ, ਕੁਝ ਆਤਮਿਕ ਗੱਲਾਂ ਨਹੀਂ, ਕੁਝ ਤੁਹਾਡਾ ਮਨ ਪਾਪ ਦੇ ਵੱਲੋਂ ਦੂਰ ਨਹੀਂ ਹੋਇਆ, ਕੁਝ ਐਦਾਂ ਦੀਆਂ ਗੱਲਾਂ ਤੁਹਾਡੇ ਜੀਵਨ 'ਚ ਨਹੀਂ, ਤਾਂ ਪਰਮੇਸ਼ਰ ਦਾ ਆਤਮਾ ਕਿੱਥੇ ਹੈ ਫਿਰ? ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ, ਉੱਥੇ ਆਜ਼ਾਦੀ ਹੈ। ਪਰਮੇਸ਼ਰ ਨੇ ਸਾਨੂੰ ਬੰਦੀਆਂ ਤੋਂ ਛੁਟਕਾਰਾ ਦੇਣ ਦੇ ਲਈ ਸਲੀਬੀ ਮੌਤ ਸਹੀ। ਜੇ ਅੱਜ ਵੀ ਅਸੀਂ ਪਾਪ ਦੇ ਬੰਧਨ 'ਚ ਹਾਂ, ਅੱਜ ਵੀ ਸਾਡੇ ਜੀਵਨ 'ਚ ਉਹੀ ਕੰਮ ਹੈ, ਅੱਜ ਵੀ ਅਸੀਂ ਵਿਹਲੀਆਂ ਜਬਲੀਆਂ ਚੁਗਲੀਆਂ ਹੀ ਮਾਰਦੇ ਰਹਿੰਦੇ ਸਾਰਾ ਦਿਨ, ਇੱਧਰ ਬੈਠ ਕੇ ਉੱਧਰ ਬੈਠ ਕੇ ਸਾਰੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ, ਕੋਈ ਆਤਮਿਕ ਲਾਈਫ ਨਹੀਂ ਹੈ, ਤਾਂ ਤੁਸੀਂ ਆਜ਼ਾਦ ਨਹੀਂ ਹੋ, ਤੁਸੀਂ ਆਜ਼ਾਦ ਨਹੀਂ ਹੋ। ਪਰਮੇਸ਼ਰ ਨੇ ਸਾਨੂੰ ਪਾਪਾਂ ਤੋਂ, ਸ਼ਰਾਪਾਂ ਤੋਂ, ਬੰਧਨਾਂ ਤੋਂ ਆਜ਼ਾਦ ਕਰਨ ਦੇ ਲਈ ਸਲੀਬੀ ਮੌਤ ਸਹੀ ਹੈ। ਉਸ ਦੀ ਕੁਰਬਾਨੀ ਨੂੰ ਯਾਦ ਕਰੀਏ। ਕਿੰਨੀ ਦੁਨੀਆ ਅੱਜ ਬਿਮਾਰੀ ਦੇ ਵਿੱਚ ਹੈ, ਪਾਪ ਦੇ ਵਿੱਚ ਹੈ। ਕਰੋਨਾ ਟਾਈਮ ਤੇ ਵੀ ਦੇਖਣਾ ਸੀਗਾ ਕਿੰਨੇ ਲੋਕ ਮਰ ਚੁੱਕੇ ਹੈ। ਪਾਪਾਂ 'ਚ, ਬਿਮਾਰੀਆਂ 'ਚ ਕੋਈ ਆਜ਼ਾਦੀ ਨਹੀਂ ਲਈ। ਖੁਦਾਵੰਦ ਆਜ਼ਾਦ ਕਰਨਾ ਚਾਹੁੰਦਾ ਹੈ। ਖੁਦਾਵੰਦ ਚਾਹੁੰਦਾ ਮੇਰੇ ਲੋਕ ਆਜ਼ਾਦ ਰਹਿਣ, ਪਰਮੇਸ਼ਰ ਚਾਹੁੰਦਾ ਮੇਰੇ ਲੋਕ ਆਜ਼ਾਦ ਰਹਿਣ, ਕਿਸੇ ਚੀਜ਼ ਦੀ ਗੁਲਾਮੀ ਨਾ ਕਰਨ। ਕਿਉਂਕਿ ਖੁਦਾ ਨੇ ਸਾਨੂੰ ਜੇ ਆਜ਼ਾਦ ਕਰਤਾ, ਅਸੀਂ ਕਿਉਂ ਕਿਸੇ ਦੇ ਗੁਲਾਮ ਹੋਈਏ? ਅਸੀਂ ਕਿਉਂ ਪਾਪ ਦੇ ਗੁਲਾਮ ਹੋਈਏ? ਅਸੀਂ ਕਿਉਂ ਉਹਦੇ ਹੁਕਮਾਂ ਨੂੰ ਤੋੜੀਏ? ਅਸੀਂ ਕਿਉਂ ਉਹਦੇ ਹੁਕਮਾਂ ਦੇ ਵਿਰੁੱਧ ਜਾ ਕੇ ਆਪਣੇ ਉੱਤੇ ਬਿਮਾਰੀ ਨੂੰ ਲਈਏ? ਕਿਉਂ ਆਪਣੇ ਜੀਵਨ ਦਾ, ਆਤਮਾ ਦਾ ਨਾਸ਼ ਕਰੀਏ? ਕਿਉਂਕਿ ਸਰੀਰ ਇੱਥੇ ਰਹਿ ਜਾਏਗਾ, ਆਤਮਾ ਉੱਤੇ ਜਾਏਗੀ, ਪਰਮੇਸ਼ਰ ਹਿਸਾਬ ਲਏਗਾ, ਸਰੀਰ ਨਾਲ ਨਹੀਂ ਜਾਏਗਾ। ਸਾਰੀਆਂ ਚੀਜ਼ਾਂ ਵੀ ਇੱਥੇ ਰਹਿ ਜਾਣੀਆਂ। ਆਪਾਂ ਦੁਨੀਆ ਤੇ ਆ ਕੇ ਕੀ ਕੀਤਾ ਹੈ, ਪਰਮੇਸ਼ਰ ਨੇ ਹਿਸਾਬ ਲੈਣਾ ਹੈ। ਉਹਨੇ ਕਿਸ ਮਕਸਦ ਲਈ ਸਾਨੂੰ ਇਸ ਧਰਤੀ ਤੇ ਭੇਜਿਆ, ਪੁੱਛਣਾ ਹੈ ਖੁਦਾ। ਆਈਏ ਅਸੀਂ ਪ੍ਰਾਰਥਨਾ ਕਰਦੇ। ਮੇਰੇ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਕਰਦੇ, ਤੇਰੀ ਤਾਰੀਫ ਕਰਦੇ ਮੇਰੇ ਖੁਦਾਵੰਦ। ਸੱਚਮੁੱਚ ਤੂੰ ਜੀਵਤ ਖੁਦਾ ਹੈ, ਤੂੰ ਜ਼ਿੰਦਾ ਪ੍ਰਭੂ ਹੈ ਪਿਤਾ ਪਰਮੇਸ਼ਰ। ਅੱਜ ਮੈਂ ਚਾਹੁੰਦੀ ਹਾਂ ਜਿਹੜੇ ਲੋਕ ਬੰਦੁਆਈ ਦੇ ਵਿੱਚ ਨੇ, ਪਾਪ ਦੀ ਗੁਲਾਮੀ ਦੇ ਵਿੱਚ ਨੇ, ਨਸ਼ਿਆਂ ਦੇ ਵਿੱਚ ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਆਜ਼ਾਦ ਕਰ ਮੇਰੇ ਪਿਤਾ। ਹਰ ਦੁਸ਼ਟ ਆਤਮਾ, ਹਰ ਗੰਦੀ ਸਪਿਰਿਟ, ਬਿਮਾਰੀ, ਪਰੇਸ਼ਾਨੀ, ਦੁੱਖ ਦੀ, ਡਿਪਰੈਸ਼ਨ ਦੀ, ਇਹਨਾਂ ਦੇ ਜੀਵਨਾਂ ਨੂੰ ਛੱਡ ਕੇ ਯਿਸੂ ਮਸੀਹ ਦੇ ਨਾਮ 'ਚ ਜਾਵੇ ਮੇਰੇ ਖੁਦਾਵੰਦ। ਬਹੁਤ ਸਾਰੇ ਲੋਕ ਅੱਜ ਡਿਪਰੈਸ਼ਨ ਦਾ ਸ਼ਿਕਾਰ ਹੈ, ਡਿਪਰੈਸ਼ਨ ਦੇ ਵਿੱਚ ਨੇ, ਉਹ ਆਜ਼ਾਦ ਨਹੀਂ, ਉਹਨਾਂ ਦਾ ਮਾਈਂਡ ਆਜ਼ਾਦ ਨਹੀਂ ਹੈ, ਚਿੰਤਾਵਾਂ ਨਾਲ ਘਿਰਿਆ ਹੋਇਆ ਹੈ। ਹੁਣ ਦੇ ਖੁਦਾਵੰਦ ਤੇਰੀ ਸੱਚੀ ਸ਼ਾਂਤੀ ਉਹਨਾਂ ਲੋਕਾਂ ਦੇ ਜੀਵਨਾਂ ਦੇ ਆਏ,
ਜਿਹੜੇ ਲੋਕ ਇਸ ਵਚਨ ਨੂੰ ਸੁਣਨ ਉਹ ਸ਼ਾਂਤੀ ਨੂੰ ਪ੍ਰਾਪਤ ਕਰਨ, ਆਨੰਦ, ਪੀਸ ਨੂੰ ਪ੍ਰਾਪਤ ਕਰਨ, ਉਹ ਸੱਚੀ ਖੁਸ਼ੀ, ਆਨੰਦ ਜੋ ਤੇਰੇ ਵੱਲੋਂ ਮਿਲਦਾ ਮੇਰੇ ਪਿਤਾ, ਜੋ ਤੂੰ ਦੇ ਸਕਦਾ ਹੈ ਖੁਦਾਵੰਦ, ਹੋਰ ਕੋਈ ਨਹੀਂ ਸਾਨੂੰ ਦੇ ਸਕਦਾ। ਪਰਮਾਨੈਂਟ ਜੋਏ, ਪਰਮਾਨੈਂਟ ਪੀਸ ਤੇਰੇ ਵੱਲੋਂ ਮਿਲਦੀ ਹੈ ਮੇਰੇ ਖੁਦਾ। ਹੁਣ ਦੇ ਡਿਪਰੈਸ਼ਨ ਦੇ ਰੋਗੀਆਂ ਨੂੰ ਆਜ਼ਾਦ ਕਰ ਪ੍ਰਭੂ ਜੀ, ਬਿਮਾਰੀਆਂ ਤੋਂ ਆਜ਼ਾਦ ਕਰ, ਦੁੱਖਾਂ ਤੋਂ ਇਹਨਾਂ ਨੂੰ ਛੁਟਕਾਰਾ ਦੇ ਮੇਰੇ ਖੁਦਾਵੰਦ। ਤੇਰਾ ਧੰਨਵਾਦ ਕਰਦੇ, ਤੇਰੀ ਤਾਰੀਫ ਕਰਦੇ ਮੇਰੇ ਪਿਤਾ ਪਰਮੇਸ਼ਵਰ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ, ਯਿਸੂ ਮਸੀਹ ਨਾਮ ਚ ਆਮੀਨ ਆਮੀਨ। ਸਾਰਿਆਂ ਨੂੰ ਜੈ